ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬਿਲਾਵਲ ਮਹੱਲਾ ਤੀਜਾ। ਆਦਿ ਪੁਰਖ ਆਪੇ ਸ੍ਰਿਸ਼ਟ ਸਾਜੇ, ਜੀਅ ਜੰਤ ਮਾਇਆ ਮੋਹਿ ਪਾਜੇ। ਦੂਜੇ ਭਏ ਪਰਪੰਚ ਲਾਗੇ, ਆਵਹਿ ਜਾਵਹਿ ਮਰਹਿ ਅਭਾਗੇ। ਸਤਿਗੁਰ ਭੇਟਿਐ ਸੋਝੀ ਪਾਏ, ਪਰਪੰਚ ਚੁਕੈ ਸਚ ਸਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀਨ ਦੁਨੀਆ ਦੇ ਪਾਤਸ਼ਾਹ, ਗੁਰਤਾ ਗੱਦੀ ਤੇ ਸੁਭਾਏਮਾਨ, ਦਸਾਂ ਪਾਤਸ਼ਾਹੀਆਂ ਦੇ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੀ ਕਿਰਪਾ ਦਾ ਸਦਕਾ ਸੋ ਘਰ ਅਸਥਾਨ ਵਿਖੇ ਚੱਲ ਰਹੀ ਲੜੀਵਾਰ ਵਿਆਖਿਆ ਜੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਬਖਸ਼ਿਸ਼ ਕਰਕੇ ਦਮਦਮਾ ਸਾਹਿਬ ਜੀ ਦੀ ਧਰਤੀ 'ਤੇ ਬਾਣੀ ਉਚਾਰਨ ਵੀ ਕੀਤੀ ਔਰ ਗੁਰਸਿੱਖਾਂ ਨੂੰ ਅਰਥ ਵੀ ਦੱਸੇ ਸਮਝਾਏ ਔਰ ਗੁਰਸਿੱਖਾਂ ਦੇ ਅੰਦਰ ਬਖਸ਼ਾਂ ਕੀਤੀਆਂ। ਪੰਥ ਵਿੱਚ ਕਥਾ ਦੀ ਰੀਤ, ਅਰਥਾਂ ਦੀ ਰੀਤ ਚਲਾਈ ਤਾਂ ਕਿ ਜੀਵਨ ਨੂੰ ਸਿੱਧਾ ਰਸਤਾ ਮਿਲ ਸਕੇ। ਸੋ ਸਤਿਗੁਰਾਂ ਨੇ ਜਿਹੜੇ ਸਿੱਖਾਂ ਨੇ ਸੁਣੀਆਂ ਉਹਨਾਂ 'ਤੇ ਬੜੀਆਂ ਵੱਡੀਆਂ ਬਖਸ਼ਾਂ ਹੋਈਆਂ। ਸੋ ਆਓ ਸਾਧ ਸੰਗਤ ਜੀ, ਉਸ ਅਗਾਧ ਬੋਧ ਬਾਣੀ ਨੂੰ ਤੁੱਛ ਬੁੱਧੀ ਮੁਤਾਬਕ ਗੁਰੂ ਚਰਨਾਂ ਵਿੱਚ ਅਰਦਾਸ ਕਰਕੇ ਅਰਥ ਕਰੀਏ। ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਹੈ, ਮਹਾਰਾਜ ਆਪ ਜੀ ਰਹਿਮਤ ਵਰਤਾਓ ਜੀ। ਬਿਲਾਵਲ ਮਹੱਲਾ ਤੀਜਾ। ਆਦਿ ਪੁਰਖ ਆਪੇ ਸ੍ਰਿਸ਼ਟ ਸਾਜੇ। ਸਤਿਗੁਰੂ ਜੀ ਨੇ ਬਚਨ ਕੀਤੇ ਹਨ, ਕਹਿੰਦੇ ਆਦਿ ਪੁਰਖ ਸਭ ਤੋਂ ਪਹਿਲਾਂ ਜੋ ਸਰਬ ਵਿਆਪਕ ਸੀ, ਸਾਰੇ ਥਾਵਾਂ 'ਤੇ ਸੀ, ਉਹ ਆਪ ਹੀ ਸੀ, ਹੋਰ ਕੋਈ ਨਹੀਂ ਸੀ। ਫਿਰ ਉਹਨੇ ਸ੍ਰਿਸ਼ਟੀ ਦੀ ਸਾਜਨਾ ਕੀਤੀ ਹੈ। ਜੀਅ ਜੰਤ ਮਾਇਆ ਮੋਹਿ ਪਾਜੇ। ਇਸ ਤਰ੍ਹਾਂ ਜੀ ਜੰਤ ਜਿਹੜੇ ਨੇ ਉਹਨੇ ਫਿਰ ਜਿੱਥੇ ਸ੍ਰਿਸ਼ਟੀ ਬਣਾਈ ਉਹਦੇ ਨਾਲ ਮਾਇਆ ਵੀ ਬਣਾਈ, ਕਿਉਂਕਿ ਇੱਕ ਪਾਸਿਓਂ ਜੀਵ ਪੈਦਾ ਕੀਤੇ ਅਤੇ ਜੀਵਾਂ ਦੇ ਅੰਦਰ ਆਪਣੀ ਜੋਤ ਰੱਖ ਦਿੱਤੀ। ਜੇ ਉਹ ਇਕੱਲੀ ਜੋਤ ਰਹਿੰਦੀ ਅਤੇ ਜੀਵ ਜਿਹੜੇ ਸਨ ਉਹਨਾਂ ਨੇ ਖਾਣ ਪੀਣ ਵੱਲ, ਵੇਖਣ ਤੁਰਨ ਬੋਲਣ ਸੁਣਨ ਕੰਮ ਕਰਨ ਵੱਲ ਰੁਚੀ ਨਹੀਂ ਸੀ ਜਾਗਣੀ। ਉਹਦੇ ਵਾਸਤੇ ਉਹਨਾਂ ਦੀ ਆਤਮਾ ਨੂੰ ਖਿੱਚ ਪਾਉਣ ਲਈ, ਮਨ ਦਾ ਸਰੂਪ ਘੜਨ ਵਾਸਤੇ ਮਾਇਆ ਦੀ ਖਿੱਚ ਪਾਈ ਔਰ ਉਹ ਮਾਇਆ ਦੇ ਕਾਰਨ ਜੀ ਜੰਤ ਜਿਹੜੇ ਨੇ ਬਾਹਰ ਮੁਖੀ ਹੋਏ ਹਨ। ਦੂਜੇ ਭਾਏ ਪਰਪੰਚ ਲਾਗੇ। ਉਹ ਥੋੜ੍ਹਾ ਜਿਹਾ ਜ਼ਰੂਰਤ ਸੀ ਮਾਇਆ ਦੀ ਖਿੱਚ ਦੀ, ਤਾਂ ਕਿ ਇਸ ਤਰ੍ਹਾਂ ਜੀਵਨ ਦੀ ਐਕਟੀਵਿਟੀ ਨਹੀਂ ਚੱਲਦੀ, ਜੀਵਨ ਦਾ ਤੋਰਾ ਫੇਰਾ ਨਹੀਂ ਚੱਲਦਾ। ਪਰ ਹੋਇਆ ਕਿ ਉੱਥੋਂ ਅੱਗੋਂ ਗਲਤੀ ਹੋ ਗਈ। ਉਹ ਖਿੱਚ ਜਿੰਨੀ ਕੁ ਪਾਈ ਸੀ ਬੰਦੇ ਨੇ ਉਦੋਂ ਜ਼ਿਆਦਾ ਹੀ ਪਕੜ ਕਰ ਲਈ ਉਹਦੇ ਨਾਲ, ਮਾਇਆ ਦੇ ਨਾਲ, ਸੰਸਾਰ ਦੇ ਪਦਾਰਥਾਂ ਨਾਲ ਉਦੋਂ ਵੀ ਵੱਧ ਪਕੜ ਕਰ ਲਈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਦੂਜੇ ਭਾਏ ਪਰਪੰਚ ਲਾਗੇ, ਦੁਬਿਧਾ ਵਿੱਚ ਪੈ ਗਏ। ਆਪਣਾ ਜਿਹੜਾ ਅਸਲਾ ਸੀ, ਆਪਣਾ ਮੂਲ ਸੀ, ਉਹਨੂੰ ਭੁੱਲ ਗਏ ਅਤੇ ਪਰਪੰਚ ਦੇ ਵਿੱਚ ਚੰਗੀ ਤਰ੍ਹਾਂ ਫਸ ਗਏ ਹਨ। ਆਵਹਿ ਜਾਵਹਿ ਮਰਹਿ ਅਭਾਗੇ। ਅਤੇ ਫਿਰ ਆਉਣ ਜਾਣ ਦੇ ਵਿੱਚ ਅਭਾਗੇ ਮਨੁੱਖ ਜਿਹੜੇ ਸਨ ਉਹ ਜੰਮਣ ਮਰਨ ਦੇ ਜਿਹੜੇ ਗੇੜ ਦੇ ਵਿੱਚ ਫਸ ਗਏ ਹਨ। ਸਤਿਗੁਰ ਭੇਟਿਐ ਸੋਝੀ ਪਾਏ। ਪਰ ਜਿਨ੍ਹਾਂ ਨੇ ਇੱਥੇ ਜਨਮ ਲੈ ਕੇ ਸਤਿਗੁਰੂ ਦੇ ਨਾਲ ਭੇਟ ਕਰ ਲਈ ਹੈ, ਸਤਿਗੁਰੂ ਦੇ ਚਰਨਾਂ ਨਾਲ ਜੁੜੇ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਜੁੜੇ ਹਨ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹਨਾਂ ਨੂੰ ਸੋਝੀ ਆ ਗਈ ਹੈ, ਗਿਆਨ ਪੈਦਾ ਹੋ ਗਿਆ। ਪਰਪੰਚ ਚੁਕੈ ਸੱਚ ਸਮਾਏ। ਇਸ ਤਰ੍ਹਾਂ ਪਰਪੰਚ ਦੀ ਜਿਹੜੀ ਖਿੱਚ ਸੀ, ਪਦਾਰਥਾਂ ਦੀ ਖਿੱਚ ਉਹਨਾਂ ਦੀ ਘਟ ਗਈ ਅਤੇ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ
ਫਿਰ ਪੜੋ ਜੀ। ਪਰਪੰਚ ਚੁਕੈ ਸਚ ਸਮਾਏ। ਇਸ ਤਰ੍ਹਾਂ ਸੱਚ ਵਿੱਚ ਸਮਾਏ ਹਨ, ਸੱਚੇ ਨਾਮ ਵਿੱਚ ਜੁੜ ਗਏ ਗੁਰੂ ਕੇ ਪਿਆਰੇ। ਜਾ ਕੇ ਮਸਤਕ ਲਿਖਿਆ ਲੇਖ। ਜਿਨ੍ਹਾਂ ਦੇ ਮਸਤਕ ਤੇ ਸੱਚੇ ਪਾਤਸ਼ਾਹ ਨੇ ਲੇਖ ਲਿਖਿਆ, ਕਿਰਪਾ ਕੀਤੀ। ਤਾਂ ਕੇ ਮਨ ਵਸਿਆ ਪ੍ਰਭ ਏਕ ਰਹਾਉ। ਉਹਨਾਂ ਦੇ ਮਨ ਦੇ ਵਿੱਚ ਇੱਕ ਪ੍ਰਭੂ ਸੱਚਾ ਪਾਤਸ਼ਾਹ ਵਾਹਿਗੁਰੂ ਨਿਵਾਸ ਕਰਦਾ ਹੈ। ਸ੍ਰਿਸ਼ਟ ਉਪਾਏ ਆਪੇ ਸਭ ਵੇਖੈ। ਇਸ ਤਰ੍ਹਾਂ ਸ੍ਰਿਸ਼ਟੀ ਨੂੰ ਉਪਾਵ ਕੇ ਪੈਦਾ ਕਰਕੇ ਆਪ ਹੀ ਵੇਖਦਾ ਸੱਚਾ ਪਾਤਸ਼ਾਹ। ਹੋਏ ਨਾ ਮਿਟੈ ਤੇਰਾ ਲੇਖੈ। ਮਹਾਰਾਜ ਤੇਰੇ ਬਣਾਏ ਹੋਏ ਲੇਖੇ ਨੂੰ, ਤੇਰੀ ਬਣਾਈ ਹੋਈ ਸ੍ਰਿਸ਼ਟੀ ਦੇ ਸਿਸਟਮ ਨੂੰ ਕੋਈ ਨਹੀਂ ਮੇਟ ਸਕਦਾ। ਸਦ ਸਾਧਿਕ ਜੇ ਕੋ ਕਹੈ ਕਹਾਏ। ਜੇ ਕੋਈ ਥੋੜਾ ਜਿਹੀਆਂ ਰਿੱਧੀਆਂ ਸਿੱਧੀਆਂ ਇਕੱਠੀਆਂ ਕਰਕੇ ਸਾਧਨਾ ਕਰਕੇ ਕੁਝ ਬਣ ਕੇ ਬਹਿ ਜਾਏ ਤੇ ਆਪਣੇ ਆਪ ਨੂੰ ਕੁਝ ਕਹਾਏ ਵੀ ਮੈਂ ਸਿੱਧ ਸਾਧਕ ਸੰਤ ਸਾਧੂ ਬਣ ਗਿਆ ਹਾਂ। ਭਰਮੇ ਭੁੱਲਾ ਆਵੇ ਜਾਏ। ਮਹਾਰਾਜ ਕਹਿੰਦੇ ਉਹ ਵੀ ਭਰਮ ਵਿੱਚ ਹੀ ਪੈ ਗਿਆ ਹੈ, ਭੁੱਲ ਗਿਆ ਅਸਲੀ ਕਾਰਜ ਨੂੰ ਕਿ ਇਹ ਸਾਧਨਾ ਕਰਨੀ ਸੀ, ਆਪ ਜੁੜਨਾ ਤੇ ਲੋਕਾਂ ਨੂੰ ਜੋੜਨਾ, ਪਰ ਉਹ ਤੇ ਬਣ ਕੇ ਰੱਬ ਬਣਨ ਦੀ ਕੋਸ਼ਿਸ਼ ਕਰਦਾ ਹੈ। ਮਹਾਰਾਜ ਕਹਿੰਦੇ ਉਹ ਵੀ ਭਟਕ ਗਏ ਹਨ। ਸਤਿਗੁਰ ਸੇਵੈ ਸੋ ਜਨ ਬੂਝੈ। ਜਿਹੜੇ ਸਤਿਗੁਰੂ ਦੀ ਸੇਵਾ ਕਰਦੇ ਹਨ, ਭਗਤੀ ਭਾਵਨਾ ਵਾਲੇ ਹਨ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਜਨ ਬੁੱਝ ਲੈਂਦੇ ਹਨ ਅਸਲੀ ਕਾਰ ਜਿਹੜੀ ਗੁਰੂ ਦੇ ਹੁਕਮ ਵਿੱਚ। ਹਉਮੈ ਮਾਰੇ ਤਾਂ ਦਰ ਸੂਝੈ। ਇਸ ਤਰ੍ਹਾਂ ਹਉਮੈ ਨੂੰ ਮਾਰ ਕੇ ਦਰ ਸੁੱਝਦਾ ਵਾਹਿਗੁਰੂ ਸੱਚੇ ਪਾਤਸ਼ਾਹ ਦਾ। ਹਉਮੈ ਜਾਏ ਤਾਂ ਅੰਦਰੋਂ ਦਰ ਜਿਹੜਾ ਸੁੱਝ ਪੈਂਦਾ ਹੈ। ਏਕਸ ਤੇ ਸਭ ਦੂਜਾ ਹੁਆ। ਉੱਥੋਂ ਪਤਾ ਲੱਗ ਜਾਂਦਾ ਉਸ ਸੋਝੀ ਦੇ ਵਿੱਚੋਂ, ਗਿਆਨ ਦੇ ਵਿੱਚੋਂ ਕਿ ਇੱਕ ਵਾਹਿਗੁਰੂ ਤੋਂ ਉਹਨੇ ਆਪਣੇ ਆਪ ਤੋਂ ਦੂਜਾ ਸੰਸਾਰ ਪੈਦਾ ਕੀਤਾ। ਏਕੋ ਵਰਤੈ ਅਵਰ ਨ ਬੀਆ। ਇੱਕ ਹੀ ਵਰਤ ਰਿਹਾ ਹੈ ਦੂਜੇ ਦੇ ਵਿੱਚ ਵੀ। ਜਿੱਥੇ ਅੰਤਰ ਸਤ ਵੇਖੋ ਤੇ ਜੋਤ ਉਹਦੀ ਪਸਾਰੇ ਕਰ ਰਹੀ ਹੈ। ਦੂਜੇ ਤੇ ਜੇ ਏਕੋ ਜਾਣੈ। ਜੇ ਉਸ ਦੂਜੇ ਵਿੱਚ ਯਾਨੀ ਕਿ ਸੰਸਾਰ ਵਿੱਚ ਨਿਵਾਸ ਕਰਦਾ ਹੋਇਆ ਜੀਵ ਜਿਹੜਾ ਹੈ ਇੱਕ ਨੂੰ ਜਾਣੇ, ਇੱਕ ਦਾ ਸਿਮਰਨ ਕਰੇ। ਗੁਰ ਕੈ ਸ਼ਬਦ ਹਰ ਦਰ ਨਿਸ਼ਾਨੈ। ਇਸ ਤਰ੍ਹਾਂ ਗੁਰੂ ਕੇ ਸ਼ਬਦ ਦੀ ਕਮਾਈ ਦੁਆਰਾ ਉਹਦੇ ਉੱਤੇ ਇੱਕ ਨਿਸ਼ਾਨੀ ਪੈ ਜਾਂਦੀ ਹੈ, ਮੋਹਰ ਲੱਗ ਜਾਂਦੀ ਤੇ ਵਾਹਿਗੁਰੂ ਦੇ ਦਰ ਤੇ ਪ੍ਰਵਾਨ ਹੋ ਜਾਂਦਾ ਹੈ। ਸਤਿਗੁਰ ਭੇਟੇ ਤਾਂ ਏਕੋ ਪਾਏ। ਉਹ ਇੱਕ ਨੂੰ ਪ੍ਰਾਪਤੀ ਦਾ ਵਸੀਲਾ ਜਿਹੜਾ ਸਾਧਨ ਹੈ ਉਹ ਪੂਰਾ ਸਤਿਗੁਰੂ ਹੈ। ਬਾਣੀ ਸਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ 10 ਪਾਤਸ਼ਾਹਾਂ ਦੇ ਰੂਪ ਹਨ। ਵਿੱਚ ਹੋ ਦੂਜਾ ਠਾਕ ਰਹਾਏ। ਅੰਦਰੋਂ ਜਿਹੜੀ ਦੁਬਿਧਾ ਹੈ ਪਦਾਰਥਾਂ ਦੇ ਨਾਲ, ਜਿਹੜੀ ਕਸ਼ਿਸ਼ ਹੈ, ਖਿੱਚ ਹੈ, ਉਹਨੂੰ ਰੋਕ ਦਿੰਦਾ ਹੈ ਗੁਰੂ ਕਾ ਸ਼ਬਦ। ਜਿਸ ਦਾ ਸਾਹਿਬ ਡਾਢਾ ਹੋਏ। ਇਹ ਡਾਢਾ ਸਾਹਿਬ ਸੱਚਾ ਪਾਤਸ਼ਾਹ ਜਿਹਦਾ ਮਾਲਕ ਬਣ ਜਾਵੇ, ਸਿਰ ਤੇ ਹੱਥ ਰੱਖ ਦੇਵੇ, ਤਿਸਨੂੰ ਮਾਰ ਨਾ ਸਕੈ ਕੋਏ। ਉਸ ਨੂੰ ਪ੍ਰਮਾਤਮਾ ਨੂੰ ਮਿਲਣ ਦੇ ਰਾਹ ਵਿੱਚ ਆਉਣ ਵਾਲੇ ਜਿਹੜੇ ਵੈਰੀ ਨੇ ਮਾਰ ਨਹੀਂ ਸਕਦੇ। ਅੰਤਰਿਕ ਤੌਰ ਤੇ ਵਿਕਾਰ ਜਿਹੜੇ ਮਾਰ ਨਹੀਂ ਸਕਦੇ ਤੇ ਹੋਰ ਵੀ ਉਹਦੀ ਬਾਹਰੋਂ ਰੱਖਿਆ ਹੁੰਦੀ, ਕੋਈ ਬਾਹਰੀ ਦੁਸ਼ਮਣ ਵੀ ਉਹਦੇ ਉੱਤੇ ਵਾਰ ਨਹੀਂ ਕਰ ਸਕਦਾ। ਸਾਹਿਬ ਕੀ ਸੇਵਕ ਰਹਿ ਸਰਣਾਈ। ਪਰ ਸੇਵਕ ਦੀ ਇਹ ਨਿਸ਼ਾਨੀ ਹੈ, ਉਹਦੀ ਇਹ ਸ਼ਰਤ ਹੈ ਵੀ ਇਹ ਕੰਮ ਤਾਂ ਹੋਵੇਗਾ ਜੇ ਸ਼ਰਨ ਦੇ ਵਿੱਚ ਰਹੇ, ਸਾਹਿਬ ਦੇ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਲੱਗਾ ਰਵੇ। ਤੇ ਸ਼ਰਨ ਵਿੱਚ ਉਹ ਰਹਿੰਦਾ ਜਿਹਨੂੰ ਆਪਣੇ ਸਾਹਿਬ ਤੇ ਭਰੋਸਾ ਹੋਵੇ ਵੀ ਮੇਰੀ ਰਾਖੀ ਕਰੇਗਾ। ਆਪੇ ਬਖਸ਼ੇ ਦੇ ਵਡਿਆਈ। ਆਪ ਹੀ ਬਖਸ਼ ਦਿੰਦਾ ਸੱਚਾ ਪਾਤਸ਼ਾਹ, ਵਡਿਆਈਆਂ ਦੇ ਦਾਨ ਬਖਸ਼ਦਾ ਹੈ। ਤਿਸ ਤੇ ਉੱਪਰ ਨਾਹੀ ਕੋਏ। ਉਹਦੇ ਤੋਂ ਉੱਤੇ ਕੋਈ ਹੈ ਹੀ ਨਹੀਂ, ਸਭ ਤੋਂ ਵੱਡਾ ਸਾਹਿਬ ਹੈ ਜੀ। ਕੌਣ ਡਰੈ ਡਰ ਕਿਸ ਕਾ ਹੋਏ। ਕਹਿਣ ਲੱਗੇ ਫਿਰ ਡਰ ਕਿਹਦਾ ਹੋਵੇ, ਕੌਣ ਡਰੇ ਕਿਸੇ ਤੋਂ, ਕੌਣ ਡਰੇ ਜਦੋਂ ਸਭ ਤੋਂ ਵੱਡੇ ਨਾਲ ਯਾਰੀ ਪੈ ਗਈ। ਗੁਰਮਤੀ ਸਾਤ ਵਸੈ ਸਰੀਰ। ਇਸ ਤਰ੍ਹਾਂ ਗੁਰੂ ਕੀ ਮੱਤ ਧਾਰਨ ਕਰਕੇ ਤੇ ਸਰੀਰ ਦੇ ਅੰਦਰ ਯਾਨੀ ਕਿ ਆਤਮਿਕ ਤਲ ਤੇ ਸਾਰਾ ਸਮੁੱਚੇ ਤੌਰ ਤੇ ਸਰੀਰ ਸ਼ਬਦ ਦੇ ਅਰਥ ਨੇ ਆਤਮਾ ਤੋਂ ਲੈ ਕੇ ਮਨ ਬੁੱਧੀ ਚਿੱਤ ਜਿਹੜਾ ਹੈ ਸਰੀਰ ਹੈ ਉਹ ਸਾਰਾ ਸ਼ਾਂਤ ਹੋ ਜਾਂਦਾ, ਠੰਡਾ ਹੋ ਜਾਂਦਾ, ਟਿਕ ਜਾਂਦਾ ਹੈ। ਸ਼ਬਦ ਚੀਨ ਫਿਰ ਲੱਗੈ ਨਾ ਪੀਰ। ਸ਼ਬਦ ਨੂੰ ਚੀਨ ਕੇ ਗੁਰੂ ਕੇ ਸ਼ਬਦ ਨਾਲ ਸਾਂਝ ਪਾ ਕੇ ਫਿਰ ਦਰਦ ਨਹੀਂ ਲੱਗਦੀ ਉਸ ਨੂੰ। ਆਵੇ ਨਾ ਜਾਏ ਨਾ ਦੁੱਖ ਪਾਏ। ਨਾ ਆਉਣ ਜਾਣ ਦੇ ਵਿੱਚ ਭਟਕਦਾ ਹੈ, ਨਾ ਉਹਨੂੰ ਫਿਰ ਦੁੱਖ ਲੱਗਦਾ ਹੈ ਜੰਮਣ ਮਰਨ ਦਾ। ਨਾਮੇ ਰਾਤੇ ਸਹਜ ਸਮਾਏ। ਇਸ ਤਰ੍ਹਾਂ ਨਾਮ ਦੇ ਵਿੱਚ ਰੰਗੇ ਹੋਏ ਸਹਿਜ ਅਵਸਥਾ ਵਿੱਚ ਟਿਕ ਜਾਂਦੇ ਹਨ ਗੁਰਮੁਖ। ਇਸ ਤਰ੍ਹਾਂ ਨਾਨਕ ਗੁਰਮੁਖ
ਵੇਖੈ ਹਦੂਰ। ਇਸ ਤਰ੍ਹਾਂ ਗਰੀਬ ਨਵਾਜ਼ ਜੀ ਕਹਿੰਦੇ ਨੇ ਗੁਰਮੁਖ ਆਪਣੀ ਹਜ਼ੂਰੀ ਵਿੱਚ ਬਹਿੰਦਾ ਸੱਚੇ ਪਾਤਸ਼ਾਹ ਜੀ ਨੂੰ ਬਿਲਕੁਲ ਕੋਲ ਵੇਖਦਾ ਹੈ। ਮੇਰਾ ਪ੍ਰਭ ਸਦ ਰਹਿਆ ਭਰਪੂਰ। ਉਹ ਮੇਰਾ ਜਿਹੜਾ ਪ੍ਰਭੂ ਸੱਚਾ ਪਾਤਸ਼ਾਹ ਸਾਰੇ ਥਾਵਾਂ ਤੇ ਭਰਪੂਰ ਨਜ਼ਰ ਆਉਂਦਾ ਉਸ ਨੂੰ। ਇੱਕ ਸੇਵਕ ਇੱਕ ਭਰਮ ਭੁਲਾਏ। ਇੱਕ ਉਹ ਨੇ ਜਿਹੜੇ ਸੇਵਾ ਵਿੱਚ ਲੱਗ ਗਏ, ਸਿਮਰਨ ਵਿੱਚ ਲੱਗ ਗਏ, ਇੱਕ ਭਰਮਾਂ ਦੇ ਵਿੱਚ ਭੁੱਲੇ ਹਨ ਮਾਇਆ ਦੇ ਸੰਸਾਰ ਦੇ ਅੰਦਰ। ਆਪੇ ਕਰੇ ਹਰ ਆਪ ਕਰਾਏ। ਵਾਹਿਗੁਰੂ ਆਪ ਹੀ ਚੋਜ ਕਰ ਰਿਹਾ ਤੇ ਆਪ ਹੀ ਕਰਾ ਰਿਹਾ ਹੈ ਸੱਚਾ ਪਾਤਸ਼ਾਹ। ਇੱਕੋ ਵਰਤੈ ਅਵਰ ਨ ਕੋਏ। ਇੱਕ ਹੀ ਵਰਤ ਰਿਹਾ ਹੈ, ਹੋਰ ਦੂਜਾ ਕੋਈ ਵੀ ਨਹੀਂ ਹੈ ਉਹਦੇ ਬਰਾਬਰ ਦਾ। ਮਨ ਰੋਸ ਕੀਜੈ ਜੇ ਦੂਜਾ ਹੋਏ। ਹੇ ਮਨ ਮੇਰੇ ਤਾਂ ਤੂੰ ਰੋਸ ਕਰ, ਤਾਂ ਗੁੱਸਾ ਕਰ ਜੇ ਕੋਈ ਦੂਜਾ ਕਰਨ ਵਾਲਾ ਹੋਵੇ ਤਾਂ। ਸਤਿਗੁਰ ਸੇਵੇ ਕਰਨੀ ਸਾਰੇ। ਪੂਰੇ ਸਤਿਗੁਰੂ ਦੀ ਸੇਵਾ ਕਰਨ ਕਰਕੇ ਜਿਹੜੀ ਸ੍ਰੇਸ਼ਟ ਕਰਨੀ ਹੈ ਉਹ ਅੰਦਰ ਗੁਰਸਿੱਖਾਂ ਦੇ ਜਾਗਰਿਤ ਹੋਈ ਹੈ। ਸੱਚੈ ਸਾਚੇ ਵਿਚਾਰੇ। ਇਸ ਤਰ੍ਹਾਂ ਸੱਚੇ ਦਰ ਦੇ ਵਿੱਚ ਪਹੁੰਚ ਕੇ ਸੱਚੇ ਨਾਮ ਦੇ ਨਾਲ ਜੁੜ ਕੇ ਸੱਚੀ ਵਿਚਾਰ ਵਿੱਚ ਜੁੜੇ ਹਨ ਗੁਰਮੁਖ। ਥਿੱਤੀ ਵਾਰ ਸਭ ਸ਼ਬਦ ਸੁਹਾਏ। ਗੁਰੂ ਕੇ ਸ਼ਬਦ ਨਾਲ ਜੁੜਿਆਂ ਸਾਰੀਆਂ ਥਿੱਤੀਆਂ ਤੇ ਵਾਰ ਸੋਹਣੇ ਹੋ ਗਏ, ਭਾਗ ਸੋਹਣੇ ਖੁੱਲ ਗਏ। ਸਤਿਗੁਰ ਸੇਵੇ ਤਾ ਫਲ ਪਾਏ। ਇਸ ਤਰ੍ਹਾਂ ਸਤਿਗੁਰੂ ਦੀ ਸੇਵਾ ਕਰਕੇ ਫਲ ਦੀ ਪ੍ਰਾਪਤੀ ਹੋ ਗਈ ਉਹਨਾਂ ਨੂੰ। ਥਿੱਤੀ ਵਾਰ ਸਭ ਆਵਹਿ ਜਾਹੇ। ਇਸ ਤਰ੍ਹਾਂ ਥਿੱਤੀ ਵਾਰ ਜਿਹੜੇ ਦਿਨ ਆਦਿਕ ਨੇ, ਰਾਤਾਂ ਨੇ ਤੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ, ਭਾਵ ਸਥਿਰ ਨਹੀਂ ਹਨ। ਗੁਰ ਸ਼ਬਦ ਨਿਹਚਲ ਸਦਾ ਸੱਚ ਸਮਾਹੇ। ਪਰ ਗੁਰੂ ਕਾ ਸ਼ਬਦ ਜੋ ਨਾਮ ਦਾ ਸਰੂਪ ਹੈ, ਬਾਣੀ ਰੂਪ ਹੈ, ਉਹ ਸਦਾ ਨਿਹਚਲ ਰਹਿੰਦਾ, ਕਾਇਮ ਰਹਿੰਦਾ ਹੈ। ਉਹ ਕਹਿੰਦੇ ਉਹਦੇ ਵਿੱਚ ਕਦੀ ਕਮੀ ਨਹੀਂ ਆਉਂਦੀ, ਸਦਾ ਗੁਰ ਸ਼ਬਦ ਨਿਹਚਲ। ਤੇ ਜਿਹੜਾ ਉਹਦੇ ਵਿੱਚ ਜੁੜਦਾ ਉਹ ਸੱਚ ਦੇ ਵਿੱਚ ਸਮਾ ਜਾਂਦਾ ਹੈ। ਥਿੱਤੀ ਵਾਰ ਤਾ ਜਾ ਸੱਚ ਰਾਤੇ। ਇਹ ਸਥਿਤੀ ਵਾਰ ਤਾਂ ਜਾਂ ਸੱਚ ਰਾਤੇ, ਇਹ ਤਾਂ ਇਹ ਸਫਲ ਹੋਏ ਨੇ ਦਿਨ ਜਿਹੜੇ ਨੇ ਜੇ ਸੱਚੇ ਨਾਮ ਦੇ ਵਿੱਚ ਸੁਰਤੀ ਜੁੜ ਗਈ, ਰੱਤੀ ਗਈ ਗੁਰੂ ਕੇ ਸਿੱਖਾਂ ਦੀ। ਬਿਨ ਨਾਵੈ ਸਭ ਭਰਮ ਹੈ ਕਾਚੇ। ਨਹੀਂ ਤਾਂ ਨਾਮ ਤੋਂ ਬਿਨਾਂ ਕੱਚੇ ਮਨੁੱਖ ਜਿਹੜੇ ਨੇ ਭਰਮਦੇ ਰਹਿੰਦੇ ਹਨ ਸੰਸਾਰ ਦੇ ਅੰਦਰ। ਮਨਮੁਖ ਮਰਹਿ ਮਰ ਬਿਗਤੀ ਜਾਹੇ। ਮਰ ਹੀ ਕਹਿੰਦੇ ਨੇ ਜਿਹੜੇ ਮਨਮੁਖ ਨੇ ਉਹ ਮਰ ਜਾਂਦੇ ਨੇ ਤੇ ਉਹਨਾਂ ਦੀ ਗਤੀ, ਬਿਗਤੀ ਦਾ ਮਤਲਬ ਗਤੀ ਨਾ ਹੋਵੇ, ਭਾਵ ਅੱਗੇ ਨਹੀਂ ਜਾਂਦੇ। ਇੱਥੇ ਗਤੀਦਾਰ ਤੇ ਗਤੀ ਹੋ ਜਾਣੀ, ਉਧਾਰ ਹੋ ਜਾਣਾ, ਉਹਨਾਂ ਦਾ ਉਧਾਰ ਨਹੀਂ ਹੁੰਦਾ। ਇੱਕ ਨਾ ਚੇਤਹਿ ਦੂਜਾ ਲੋਭਾਹੇ। ਇੱਕ ਨਾਲ ਉਹਨਾਂ ਦੀ ਸੁਰਤੀ ਨਹੀਂ ਜੁੜੀ ਹੁੰਦੀ ਤੇ ਜਿਵੇਂ ਦੀ ਚੀਜ਼ ਨਾਲ ਸੁਰਤੀ ਵਾਸ਼ਨਾ ਲਾ ਕੇ ਮਰਦੇ ਨੇ ਉਵੇਂ ਦਾ ਉਹਨਾਂ ਨੂੰ ਅੱਗੋਂ ਉਧਰ ਨੂੰ ਜੂਨ ਮਿਲ ਜਾਂਦੀ ਹੈ। ਅਚੇਤ ਪਿੰਡੀ ਅਗਿਆਨ ਅੰਧਾਰ। ਇਸ ਤਰ੍ਹਾਂ ਅਚੇਤ ਪਿੰਡੀ, ਇਸ ਸਰੀਰ ਦੇ ਵਿੱਚ ਅਚੇਤ ਪਿੰਡ ਜਿਹੜਾ ਹੈ ਉਹ ਪੈਦਾ ਹੋ ਜਾਂਦਾ ਹੈ। ਚੇਤ ਕੋਈ ਚੇਤਨਾ ਨਹੀਂ ਹੁੰਦਾ, ਸੁੱਤਾ ਹੀ ਰਹਿੰਦਾ ਬੰਦਾ ਜਿਹੜਾ ਲਗਾਤਾਰ, ਇਸ ਤਰ੍ਹਾਂ ਦੀ ਅਵਸਥਾ ਬਣ ਜਾਂਦੀ ਹੈ। ਚੇਤ ਪਿੰਡੀ ਅਗਿਆਨ ਅੰਧਾਰ, ਹਨੇਰਾ ਹੀ ਹਨੇਰਾ ਉਹਦੇ ਜੀਵਨ ਵਿੱਚ, ਉਹਨੂੰ ਪਤਾ ਹੀ ਨਹੀਂ ਕਿੱਥੇ ਜਾਣਾ ਅੱਗੋਂ। ਬਿਨ ਸ਼ਬਦ ਕਿਉ ਪਾਏ ਪਾਰ। ਗੁਰੂ ਕੇ ਸ਼ਬਦ ਦੇ ਪ੍ਰਕਾਸ਼ ਤੋਂ ਬਿਨਾਂ ਹੋਰ ਪਾਰ ਕਿਵੇਂ ਲੰਘੇ ਉਹਨੂੰ। ਆਪੋ ਪਾਏ ਉਹ ਪਾਵਨ ਹਾਰ। ਇਸ ਤਰ੍ਹਾਂ ਆਪ ਹੀ ਸਾਰਾ ਕੁਝ ਪੈਦਾ ਕੀਤਾ ਸੱਚੇ ਪਾਤਸ਼ਾਹ ਉਹ ਪਾਵਨਹਾਰ ਨੇ। ਆਪੇ ਕੀਤੋਨ ਗੁਰ ਵਿਚਾਰ। ਆਪੇ ਗੁਰੂ ਸਾਹਿਬ ਨੇ ਵਿਚਾਰ ਕੀਤੀ ਹੈ, ਕਿਰਪਾ ਕੀਤੀ ਇਸ ਤਰ੍ਹਾਂ ਦੀ। ਬਹੁਤੇ ਭੇਖ ਕਰਹਿ ਭੇਖ ਧਾਰੀ। ਇਸ ਤਰ੍ਹਾਂ ਬਹੁਤੇ ਭੇਖ ਕੀਤੇ ਜਿਹੜੇ ਭੇਖ ਧਾਰੀ ਨੇ, ਇਹਨਾਂ ਨੇ ਬੜੀ ਤਰ੍ਹਾਂ ਦੇ ਕੱਪੜੇ ਪਾਏ ਹਨ। ਭਉ ਭਉ ਭਰਮ ਹੈ ਕਾਚੀ ਸਾਰੇ। ਪਰ ਇਹ ਭਉ ਭਉ ਕੇ ਭਰਮਦੇ ਰਹਿ, ਕੱਲੇ ਕੱਪੜੇ ਹੀ ਪਾ ਲਏ, ਅੰਦਰੋਂ ਸਿਮਰਨ ਨਹੀਂ ਕੀਤਾ। ਇਹਨਾਂ ਦੀ ਜਿਹੜੀ ਕਾਚੀ ਸਾਰੀ ਮੈਨੇ ਹੁੰਦਾ ਹੈ ਉਹ ਸਾਧ ਸੰਗਤ ਜੀ ਚੌਪੜ ਦੀ ਜਿਹੜੀ ਖੇਡ ਹੁੰਦੀ ਉਹ ਡੱਬਿਆਂ ਜਿਹਾਂ ਵਾਲੀ ਤੇ ਠੀਪੇ ਜਿਹਾ ਉੱਥੋਂ ਖੇਡਦੇ ਨੇ, ਜਿਹੜੇ ਜੂਏ ਵਾਂਗੂ ਹੁੰਦੀ ਹੈ, ਉਹ ਚੌਪੜ ਦੀ ਖੇਡ ਹੁੰਦੀ ਹੈ। ਇੱਕ ਉਹ ਜਿਹੜਾ ਠੀਪਾ ਜਿਹਾ ਹੈ ਉਹ ਜੇ ਗੁਰੂ ਕੇ ਸਵਾਰਿਓ ਮੇਰੇ ਖਿਆਲ ਵਿੱਚ ਜੇ ਭੁੱਲੇ ਨਾ ਤੇ 42 ਖਾਨਿਆਂ ਦੇ ਵਿੱਚ ਜਦੋਂ 42 ਖਾਨਿਆਂ ਨੂੰ ਪਾਰ ਕਰ ਜਾਂਦਾ ਹੈ ਤਾਂ ਫਿਰ ਉਹਨੂੰ ਕੋਈ ਦੂਸਰਾ ਖਿਡਾਰੀ ਹਰਾ ਨਹੀਂ ਸਕਦਾ, ਉਹ ਜਿੱਤ ਜਾਂਦਾ ਹੈ। ਉਹਨੂੰ ਕੱਟ ਨਹੀਂ ਸਕਦਾ, ਬਾਹਰ ਨਹੀਂ ਕੱਢ ਸਕਦਾ ਪਿੱਛੋਂ ਕੋਈ ਆ ਕੇ। ਤੇ ਜੇ 42 ਖਾਨਿਆਂ ਤੋਂ ਪਿੱਛੋਂ ਉਹਨੂੰ ਕੋਈ ਰਲ ਗਿਆ ਹੋਰ, ਤੇ ਜੇ ਉਹ ਪਿੱਛੋਂ ਉਹਨੇ ਆ ਗਿਆ ਤੇ ਉਹਨੂੰ ਥਾਂ ਛੱਡਣੀ ਪੈਣੀ, ਉਹਨੂੰ ਬਾਹਰ ਵਗਾਉਂਦੇ ਚੁੱਕ ਕੇ। ਇਸ ਤਰ੍ਹਾਂ ਜਿਹੜੇ ਮਨਮੁਖ ਨੇ ਉਹਨਾਂ ਨੂੰ ਸਿਰੇ ਨਹੀਂ ਲੱਗਣ ਦਿੰਦੀ ਮਾਇਆ, ਪਿੱਛੋਂ ਆ ਜਾਂਦੀ ਚੁੱਕ ਕੇ ਬਾਹਰ ਵਗਾਉਂਦੀ, ਫਿਰ ਜਨਮ ਲੈਂਦੇ, ਫਿਰ ਮਰ ਜਾਂਦੇ, ਫਿਰ ਜਨਮ ਲੈਂਦੇ। ਇਸ ਤਰ੍ਹਾਂ ਕੱਚੇ ਰਹਿ ਜਾਂਦੇ ਸਾਰੀ ਉਹਨਾਂ ਦੀ, ਤੇ ਕੱਢੇ ਜਾਂਦੇ ਨੇ ਬਾਹਰ। ਜਿਹੜਾ ਸਹੀ ਹੁਕਮ ਹੈ
ਸਿਸਟਮ ਦੇ ਵਿੱਚੋਂ ਐਥੈ ਸੁਖ ਨ ਆਗੈ ਹੋਏ। ਨਾ ਇੱਥੇ ਸੁੱਖ ਮਿਲਦਾ ਉਹਨਾਂ ਨੂੰ ਤੇ ਨਾ ਅੱਗੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਮਨਮੁਖ ਮੋਏ ਆਪਣਾ ਜਨਮ ਖੋਏ। ਇਹ ਮਨਮੁਖ ਮਰ ਗਏ ਨੇ ਸਰੀਰ ਕਰਕੇ, ਆਪਣਾ ਜਨਮ ਗਵਾ ਲਿਆ, ਨਾਮ ਨਹੀਂ ਜਪਿਆ। ਸਤਿਗੁਰ ਸੇਵੇ ਭਰਮ ਚੁਕਾਏ। ਪੂਰੇ ਸਤਿਗੁਰੂ ਦੀ ਸੇਵਾ ਕਰਕੇ, ਹੁਕਮ ਮੰਨ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ, ਤੇ ਭਰਮ ਨੂੰ ਚੁਕਾਏ, ਭਰਮ ਨੂੰ ਦੂਰ ਕਰ ਦਿੱਤਾ ਹੈ। ਘਰ ਹੀ ਅੰਦਰ ਸੱਚ ਮਹਲ ਪਾਏ। ਆਪਣੇ ਸਰੀਰ ਦੇ ਅੰਦਰ ਸੱਚਾ ਮਹਿਲ ਪ੍ਰਾਪਤ ਕਰ ਲਿਆ ਗੁਰਸਿੱਖਾਂ ਨੇ। ਆਪੇ ਪੂਰਾ ਕਰੇ ਸੋ ਹੋਏ। ਆਪੇ ਵਾਹਿਗੁਰੂ ਜਿਹਨੂੰ ਪੂਰਾ ਕਰੇ ਉਹ ਹੀ ਪੂਰਾ ਹੁੰਦਾ ਹੈ, ਉਹਦੇ ਤੇ ਕਿਰਪਾ ਹੁੰਦੀ ਹੈ। ਇਹ ਥਿੱਤੀ ਵਾਰ ਦੂਜਾ ਦੋਏ। ਇਹ ਥਿੱਤੀਆਂ ਵਾਰਾਂ ਦੇ ਭਰਮਾਂ ਦੇ ਵਿੱਚ ਜਿਹੜੇ ਕਈ ਕਹਿੰਦੇ ਵੀ ਇਸ ਵਾਰ ਆ ਕਰੋ, ਇਸ ਵਾਰ ਨਾ ਕਰੋ, ਸਾਰੇ ਫਸੇ ਫਿਰਦੇ, ਦਿਨ ਕਢਾਉਂਦੇ ਫਿਰਦੇ ਆ। ਤੇ ਸਿੱਖ ਹੋ ਕੇ ਦਿਨ ਕਢਾਉਣੇ ਵੀ ਕਿਹੜੇ ਵਾਰ ਆ ਕੰਮ ਕਰਨਾ, ਕਿਹੜੇ ਵਾਰ ਨਹੀਂ ਕਰਨਾ, ਇਹ ਯੋਗ ਨਹੀਂ ਹੈ। ਗੁਰੂ ਸਾਹਿਬ ਅੱਗੇ ਅਰਦਾਸ ਕਰਕੇ ਪੰਜ ਪਿਆਰਿਆਂ ਤੋਂ, ਪੰਜ ਸਿੰਘਾਂ ਤੋਂ ਬੇਨਤੀ ਕਰਕੇ ਵੀ ਕਿਹੜਾ ਦਿਨ ਚਾਹੀਦਾ, ਜਾਂ ਕਿਸੇ ਇੱਕ ਸਿੰਘ ਨੂੰ ਪੁੱਛ ਲਓ ਤਾਂ ਵੀ ਉਹੀ ਗੱਲ ਹੈ। ਤਾਂ ਇਸ ਤਰ੍ਹਾਂ ਸਿੰਘਾਂ ਦੀ ਆਪਸ ਵਿੱਚ ਸਲਾਹ ਕਰਕੇ ਜਿਹੜਾ ਮਤਾ ਪੱਕੇ ਉਹਦੀ ਅਰਦਾਸ ਕਰ ਦੇਣੀ ਮਹਾਰਾਜ ਦੇ ਚਰਨਾਂ ਦੇ ਵਿੱਚ ਵੀ ਮਹਾਰਾਜ ਇਸ ਦਿਨ ਦੀ ਸਲਾਹ ਕੀਤੀ, ਆਪ ਜੀ ਨੇ ਆਪ ਨਿਰਵਿਘਨਤਾ ਬਖਸ਼ਣੀ, ਕਾਰਜ ਦੇ ਵਿੱਚ ਅੰਗ ਸੰਗ ਸਹਾਈ ਹੋਣਾ, ਇਹ ਸਿੱਖੀ ਦਾ ਕਾਰਜ ਹੈ। ਪਰ ਹੁਣ ਇਹ ਦਿਨ ਕਢਾਉਣ ਦੇ ਚੱਕਰਾਂ ਵਿੱਚ ਲੋਕ ਫਸ ਗਏ ਹਨ। ਇਹ ਦੁਬਿਧਾ ਵਾਲੀ ਗੱਲ ਹੈ। ਮਹਾਰਾਜ ਕਹਿੰਦੇ ਹਨ, ਸਤਿਗੁਰ ਬਾਝਹੁ ਅੰਧ ਗੁਬਾਰ। ਪੂਰੇ ਗੁਰੂ ਦੇ ਭਰੋਸੇ ਤੋਂ ਬਿਨਾ ਅੰਨੇ ਗੁਬਾਰ ਦੇ ਵਿੱਚ, ਹਨੇਰੇ ਵਿੱਚ ਫਸੇ ਹੋਏ ਹਨ ਲੋਕ। ਥਿੱਤੀ ਵਾਰ ਸੇਵਹਿ ਮੁਗਧ ਗਵਾਰ। ਇਸ ਤਰ੍ਹਾਂ ਥਿੱਤੀਆਂ ਨੂੰ, ਵਾਰਾਂ ਨੂੰ ਸੇਵਦੇ ਨੇ। ਕੋਈ ਆਪਣੇ ਕਬਰਾਂ ਨੂੰ, ਕੋਈ ਪੱਥਰਾਂ ਨੂੰ, ਕੋਈ ਮੂਰਤੀਆਂ ਨੂੰ ਪੂਜਦਾ ਫਿਰਦਾ। ਗਵਾਰ ਹਨ ਲੋਕ ਇਹ। ਨਾਨਕ ਗੁਰਮੁਖ ਬੂਝੈ ਸੋਝੀ ਪਾਏ। ਇਸ ਤਰ੍ਹਾਂ ਮਹਾਰਾਜ ਕਹਿੰਦੇ ਗੁਰਮੁਖ ਜਿਹੜੇ ਉਹ ਬੁੱਝ ਨੇ ਜੀਵਨ ਦਾ ਅਸਲੀਅਤ, ਜਿਹੜੀ ਅਸਲੀ ਜੀਵਨ ਦਾ ਰਸਤਾ ਹੈ, ਉਹਨੂੰ ਬੁੱਝ ਲੈਂਦੇ ਹਨ। ਇਕ ਨਾਮ ਸਦਾ ਰਹਿਆ ਸਮਾਏ। ਐਸਾ ਗੁਰਮੁਖ ਜਿਹੜਾ ਇੱਕ ਨਾਮ ਦੇ ਵਿੱਚ ਸਦਾ ਸਮਾਇਆ ਹੋਇਆ ਹੈ। ਬਿਲਾਵਲ ਮਹੱਲਾ ਪਹਿਲਾ। ਛੰਤ ਦੱਖਣੀ ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਸ ਤੋਂ ਅੱਗੇ ਪਹਿਲੇ ਪਾਤਸ਼ਾਹ ਦੇ ਬਿਲਾਵਲ ਰਾਗ ਵਿੱਚ ਸ਼ਬਦ ਛੰਤ ਵੀ ਹਨ ਔਰ ਦੱਖਣੀ ਵਿੱਚ ਉਚਾਰੇ ਹਨ, ਦੱਖਣੀ ਬਿਲਾਵਲ ਦੇ ਵਿੱਚ। ਔਰ ਇੱਕ ਓੰਕਾਰ ਜੋ ਧੁਨੀ ਸਰੂਪ ਸਰਵ ਵਿਆਪਕ ਹੈ, ਸਤਿਗੁਰ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਮੁੰਦ ਨਵੇਲੜੀਆ ਗੋਇਲ ਆਈ ਰਾਮ। ਮਹਾਰਾਜ ਨੇ ਇੱਥੇ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਜੁੜਨ ਵਾਲੇ ਗੁਰਮੁਖ ਜਗਿਆਸੂਆਂ ਦੀਆਂ ਅਵਸਥਾਵਾਂ ਜਿਹੜੀਆਂ ਉਹ ਵਰਣਨ ਕੀਤੀਆਂ ਹਨ। ਇੱਥੋਂ ਸ਼ੁਰੂ ਹੁੰਦੀ ਹੈ, ਆਰੰਭਤਾ ਹੁੰਦੀ ਹੈ ਜਿਹੜੀ ਬਚਪਨ ਤੋਂ, ਫਿਰ ਜਵਾਨੀ ਤੋਂ, ਫਿਰ ਮਿਲਾਪ ਹੁੰਦਾ ਹੈ। ਚਾਰ ਮੇਰੇ ਖਿਆਲ ਵਿੱਚ ਅੰਗ ਨੇ, ਇਹਨਾਂ ਦੇ ਵਿੱਚ ਕਈਆਂ ਵਿੱਚ ਵੱਧ ਘੱਟ ਵੀ ਹਨ, ਪਰ ਹੈਣ ਸਾਰੀਆਂ ਅਵਸਥਾਵਾਂ ਜਿਹੜੀਆਂ ਨੇ ਵੀ ਕਿਵੇਂ ਕਿਵੇਂ ਜਗਿਆਸੂ ਕਿਹੜੇ ਢੰਗ ਦੇ ਨਾਲ ਪਰਮਾਤਮਾ ਦੇ ਨੇੜੇ ਚਲਾ ਜਾਂਦਾ, ਔਰ ਜੋਤ ਵਿੱਚ ਜੋਤ ਕਿਵੇਂ ਰਲਦੀ ਹੈ। ਸਾਰੇ ਸ਼ਬਦ ਇਸ ਤਰ੍ਹਾਂ ਦੀ ਵਿਆਖਿਆ ਕਰਨਗੇ, ਵਿੱਚ ਗੱਲਾਂ ਭਾਵੇਂ ਕਿਹੜੀਆਂ ਵਰਤੀਆਂ ਹੋਣ, ਵਿਸ਼ਾ ਇੱਕੋ ਹੀ ਹੋਵੇਗਾ। ਇਸ ਕਰਕੇ ਮੁੰਦ ਨਵੇਲੜੀਆ, ਮੁੰਦ ਮੈਨੇ ਇਸਤਰੀ, ਮੁੰਦ ਮੈਨੇ ਸੁਰਤੀ, ਨਵੇਲੜੀਆ ਮਤਲਬ ਨਵੀਂ ਨਕੋਰ। ਜਦੋਂ ਸੁਰਤੀ ਨਵੀਂ ਤੁਰਦੀ ਹੈ ਪਰਮੇਸ਼ਰ ਵੱਲ, ਤਾਂ ਗੋਇਲ ਆਈ ਰਾਮ। ਉਹ ਇਸ ਤਰ੍ਹਾਂ ਗੋਇਲ, ਜਿਹੜਾ ਗਾਵਾਂ ਨੂੰ ਚਾਰਨ ਵਾਲੇ ਗੋਇਲ ਹੁੰਦੇ ਨੇ, ਉਹਨਾਂ ਦੀ ਘਰ ਵਾਲੀ ਗੋਇਲੀ ਹੁੰਦੀ, ਉਹਨੂੰ ਕਹਿੰਦੇ ਗੋਇਲ। ਉਹ ਗਾਵਾਂ ਲਿਆਉਂਦੇ ਨੇ ਜਿੱਥੇ ਕਿਤੇ ਪਾਣੀ ਹੁੰਦਾ ਹੈ ਸੋਕੇ ਦੇ ਦਿਨਾਂ ਵਿੱਚ, ਤੇ ਪਾਣੀ ਉੱਥੇ ਪਿਆਉਣ ਵਾਸਤੇ ਡੇਰਾ ਆਣ ਲਾਉਂਦੇ ਨੇ, ਪਰ ਉਹ ਪੱਕਾ ਡੇਰਾ ਨਹੀਂ ਹੁੰਦਾ ਉਹਨਾਂ ਦਾ। ਉਹ ਮਹੀਨੇ ਵਾਸਤੇ, 15 ਦਿਨਾਂ ਵਾਸਤੇ ਪਾਉਂਦੇ ਨੇ। ਇਹਦਾ ਮਤਲਬ ਹੈ ਕਿ ਉਹ ਜੀਵ ਇਸਤਰੀ ਜਗਿਆਸੂ ਪ੍ਰਵਾਨ ਹੁੰਦੀ ਹੈ, ਜਿਹੜੀ ਇਸ ਧਰਤੀ 'ਤੇ ਗੋਇਲ ਵਾਂਗੂ ਰਹਿੰਦੀ ਹੈ ਵੀ ਇੱਥੇ ਪਤਾ ਨਹੀਂ ਕਿੰਨਾ ਚਿਰ ਰਹਿਣਾ, ਕਿੰਨੇ ਦਿਨ ਰਹਿਣਾ, ਕਿੰਨਾ ਪਤਾ ਨਹੀਂ ਹੈ, ਪਰ ਉਹਦੇ ਵਿੱਚ ਰੰਗ ਨਵੇਲਾ ਹੈ, ਯਾਨੀ ਕਿ ਚੜ੍ਹਦੀ ਕਲਾ ਵਾਲੀ, ਨਵੀਂ ਉਮਰ ਵਾਲੀ ਹੈ ਜੀਵ ਇਸਤਰੀ ਆਈ ਹੈ। ਹੇ ਰਾਮ ਜੀ, ਮਟਕੀ ਡਾਰ ਤਰੇ ਹਰ ਲਿਵ ਲਾਈ ਰਾਮ। ਇੱਥੇ ਆ ਕੇ ਜਿਹਦੇ ਤੇ ਕਿਰਪਾ ਹੋ ਗਈ ਹੈ, ਉਹਨੇ ਮਟਕੀ ਡਾਰ ਧਰੀ। ਮਟਕੀ ਮੈਨੇ ਘੜਾ, ਉਹਨੇ ਇਸ ਸਰੀਰ ਰੂਪੀ ਮਟਕੀ ਦਾ ਮੋਹ ਲਾ ਕੇ ਰੱਖ ਦਿੱਤਾ ਪਰਾਂ। ਇਸ ਸਰੀਰ ਤੋਂ ਅਗਲੇ ਸਰੀਰ ਦੀ ਖੋਜ ਸ਼ੁਰੂ ਕਰ ਦਿੱਤੀ, ਇਸ ਜੀਵਨ ਤੋਂ ਅਗਲੇ ਜੀਵਨ ਦੀ ਖੋਜ ਸ਼ੁਰੂ ਕਰ ਦਿੱਤੀ। ਔਰ ਅਗਲੇ ਜੀਵਨ ਦੀ ਖੋਜ ਤਾਂ ਸ਼ੁਰੂ ਹੋਵੇਗੀ ਜੇ ਇਸ ਸਰੀਰ ਦੇ ਜੀਵਨ ਦੀ ਪਰਵਾਹ ਨਹੀਂ ਰਹੇਗੀ। ਇਹਦੇ ਤੋਂ ਪਾਰ ਲੰਘ ਜਾਏਗਾ ਬੰਦਾ
ਤਾਂ ਉਹਦੇ ਤੇ ਕਿਰਪਾ ਹੋਈ, ਫਿਰ ਉਹਦੀ ਲਿਵ ਲੱਗ ਗਈ ਗੁਰੂ ਚਰਨਾਂ ਵਿੱਚ। ਲਿਵ ਲਾਏ ਹਰਸ਼ੋ ਰਹੀ ਗੋਇਲ, ਸਹਜ ਸ਼ਬਦ ਸਿਗਾਰਿਆ। ਇਸ ਤਰ੍ਹਾਂ ਲਿਵ ਲੱਗ ਗਈ ਹੈ ਗੋਇਲ ਦੀ, ਉਸ ਇਸਤਰੀ ਦੀ, ਉਸ ਜਗਿਆਸੂ ਦੀ, ਔਰ ਸਹਿਜ ਸ਼ਬਦ ਦੇ ਵਿੱਚ ਗੁਰੂ ਕੇ ਬਾਣੀ ਦੇ ਅੰਦਰ ਉਹਨੇ ਸ਼ਿੰਗਾਰ ਕਰ ਲਿਆ ਆਪਣੇ ਆਪੇ ਦਾ। ਕਰ ਜੋੜ ਗੁਰ ਪਹਿ ਕਰ ਬੇਨੰਤੀ, ਮਿਲਹੁ ਸਾਚ ਪਿਆਰੀਆ। ਇਸ ਤਰ੍ਹਾਂ ਉਹ ਬੇਨਤੀ ਕਰਦੀ ਹੈ ਗੁਰੂ ਚਰਨਾਂ ਦੇ ਵਿੱਚ, ਬੇਨਤੀ ਕਰ ਰਹੀ ਗੁਰੂ ਚਰਨਾਂ ਵਿੱਚ, ਦੋਵੇਂ ਹੱਥ ਜੋੜ ਕੇ, ਮਨ ਜੋੜ ਕੇ, ਹੇ ਸੱਚ ਸਰੂਪ ਪਿਆਰੇ ਸੱਚੇ ਪਾਤਸ਼ਾਹ ਜੀ ਮਿਲੋ, ਤੁਹਾਡੇ ਦਰ ਤੇ ਆਏ ਹਾਂ। ਤਨ ਭਾਏ ਭਗਤੀ ਦੇਖ ਪ੍ਰੀਤਮ, ਕਾਮ ਕ੍ਰੋਧ ਨਿਵਾਰਿਆ। ਤੇ ਜਦੋਂ ਪ੍ਰੀਤਮ ਨੇ ਉਹਦੇ ਉਸ ਧਨ ਦੇ ਵਿੱਚ, ਇਸਤਰੀ ਦੇ ਵਿੱਚ, ਸੁਰਤੀ ਦੇ ਵਿੱਚ, ਜਗਿਆਸੂ ਦੇ ਵਿੱਚ ਭਾਏ ਭਗਤੀ ਦੇਖ ਪ੍ਰੀਤਮ, ਪ੍ਰੀਤਮ ਨੇ ਵੇਖਿਆ ਵੀ ਇਹਦੇ ਵਿੱਚ ਬੜੀ ਭਾਵਨਾ ਹੈ, ਬੜੀ ਭਗਤੀ ਭਾਵਨਾ ਇਹਦੇ ਵਿੱਚ। ਉਹਨੇ ਇੱਕ ਨਜ਼ਰ ਮਾਰੀ ਤੇ ਅੰਦਰੋਂ ਜਿਹੜੀ ਰੁਕਾਵਟ ਸੀ ਨਾ ਮਿਲਣ ਵਿੱਚ ਪਰਮਾਤਮਾ ਨੂੰ, ਉਹ ਸੀ ਕਾਮ ਤੇ ਕ੍ਰੋਧ। ਇਹਨਾਂ ਦੋਵਾਂ ਨੂੰ ਨਿਵਾਰਿਆ, ਦੂਰ ਕਰ ਦਿੱਤਾ ਹੈ। ਨਾਨਕ ਮੁੰਦ ਨਵੇਲ ਸੁੰਦਰ, ਦੇਖ ਪਿਰਸਾ ਧਾਰਿਆ। ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਜਿਹੜੀ ਨਵੇਂ ਰੂਪ ਵਾਲੀ ਜਿਹੜੀ ਜਗਿਆਸੂ ਸੀ, ਸ਼ੁਰੂ ਵਿੱਚ ਪਹਿਲੇ ਅਵਸਥਾ ਦੇ ਵਿੱਚ ਬੜੀ ਸੋਹਣੀ ਬਣ ਗਈ, ਕਿਉਂਕਿ ਪਰਮਾਤਮਾ ਨੇ ਵਿਕਾਰ ਕੱਢ ਦਿੱਤੇ ਮਾਰ ਕੇ, ਤੇ ਫਿਰ ਨੇ ਪਰਮਾਤਮਾ ਨੇ ਸਾਧਾਰਿਆ, ਸੋਹਣਾ ਕਰ ਦਿੱਤਾ ਜੀਵਨ ਉਸ ਜਗਿਆਸੂ ਦਾ। ਸੱਚ ਨਵੇਲੜੀਏ ਜੋਬਨ ਬਾਲੀ ਰਾਮ। ਹੁਣ ਸੱਚ ਦੇ ਵਿੱਚ ਜੁੜੀ ਹੋਈ, ਸੱਚੇ ਨਾਮ ਵਿੱਚ ਜੁੜੀ ਹੋਈ ਉਹ ਨਵੇਂ ਰੂਪ ਵਾਲੀ ਜਿਹੜੀ ਜਗਿਆਸੂ ਜੀਵ ਇਸਤਰੀ ਹੈ, ਜੋਬਨ ਵਿੱਚ ਆ ਗਈ, ਜਵਾਨੀ ਵਿੱਚ ਆ ਗਈ ਹੈ। ਤੇ ਮਹਾਰਾਜ ਕਹਿੰਦੇ ਬਾਲੀ ਰਾਮ, ਕਹਿੰਦੇ ਹੁਣ ਵੀ ਬਾਲਪਣ ਵਾਲਾ ਸੁਭਾਅ ਰੱਖੀ, ਯਾਨੀ ਕਿ ਭੋਲਾਪਣ ਰੱਖੀ, ਕਿਉਂਕਿ ਜੋਬਨ ਜਿਹੜਾ ਹੈ, ਜਵਾਨੀ ਜਿਹੜੀ ਹੈ ਬੰਦੇ ਨੂੰ ਮਾਣ ਵਿੱਚ ਲਿਜਾ ਸਕਦੀ ਹੈ, ਤੇ ਜਿਹੜਾ ਬਚਪਨ ਹੈ ਉਹ ਭੋਲੇਪਣ ਵਿੱਚ, ਨਿਮਰਤਾ ਵਿੱਚ ਰੱਖਦਾ ਹੈ। ਇਸ ਕਰਕੇ ਕਹਿੰਦੇ ਇਹ ਸੱਚ ਵਿੱਚ ਜੁੜੀ ਨਵੇਂ ਰੂਪ ਵਾਲੀ ਜੀਵ ਇਸਤਰੀ ਜੋਬਨ ਵਿੱਚ ਆਈ ਹੈ, ਪਰ ਮਾਨ ਨਾ ਕਰੀ, ਭੋਲਾ ਭਾ ਜਿਹੜਾ ਸੁਭਾਅ ਬਚਪਨ ਵਾਲਾ ਕਾਇਮ ਰੱਖੀ। ਆਓ ਨਾ ਜਾਓ ਕਹੀਂ ਆਪਣੇ ਸਹ ਨਾਲੀ ਰਾਮ। ਇਸ ਮਨ ਨੂੰ ਕਿਤੇ ਆਉਣ ਜਾਣ ਨਾ ਦਈ, ਹੋਰ ਫਸਣ ਨਾ ਦਈ ਦੁਨੀਆ ਦੇ ਵਿੱਚ ਕਿਤੇ, ਆਪਣੇ ਸਹਿ ਦੇ ਨਾਲ, ਪਤੀ ਦੇ ਨਾਲ ਜੋੜ ਪਾ ਲੈ ਪਰਮਾਤਮਾ ਨਾਲ। ਨਾ ਆਪਣੇ ਸੰਗ ਦਾਸੀ, ਮੈਂ ਭਗਤ ਹਰਿ ਕੀ ਭਾਵੇ। ਬਸ ਇਹ ਤੇਰੀ ਅਵਸਥਾ ਬਣ ਜਾ, ਆਪਣੇ ਸਾਹ ਦੇ ਨਾਲ, ਪਤੀ ਨਾ, ਪਤੀ ਦੇ ਨਾਲ ਦਾਸੀ ਬਣ ਕੇ ਸੰਗ ਵਿੱਚ ਰਹੋ, ਉਹਦੇ ਨਾਲ ਰਹੋ, ਔਰ ਇਹ ਕਿਹਾ ਕਰ ਵੀ ਮੈਨੂੰ ਭਗਤੀ ਭਾਉਂਦੀ ਹੈ, ਪਰਮਾਤਮਾ ਦੀ ਭਗਤੀ ਮੈਨੂੰ ਚਾਹੀਦੀ ਹੈ। ਅਗਾਧ ਬੋਧ ਕਥ ਕਥੀਐ, ਸਹਜ ਪ੍ਰਭ ਗੁਣ ਗਾਵੇ। ਇਸ ਅਵਸਥਾ ਦੇ ਵਿੱਚ ਜਿਹੜਾ ਅਗਾਧ ਬੋਧ ਹੈ, ਯਾਨੀ ਕਿ ਜਿਹੜਾ ਬੁੱਧੀ ਦੀ ਪਕੜ ਵਿੱਚ ਨਹੀਂ ਆਉਂਦਾ, ਉਸ ਅਕਥ ਨੂੰ ਕਥ ਲੈਂਦੀ ਉਹ ਜੀਵ ਇਸਤਰੀ। ਕੁਝ ਉਹਦੀ ਪਕੜ ਵਿੱਚ ਗਿਆਨ ਆਉਣਾ ਸ਼ੁਰੂ ਹੋ ਜਾਂਦਾ ਹੈ, ਔਰ ਸਹਿਜ ਅਵਸਥਾ ਦੇ ਵਿੱਚ ਪ੍ਰਭੂ ਦੇ ਗੁਣ ਗਾਉਂਦੀ ਹੈ। ਰਾਮ ਨਾਮ ਰਸਾਲ ਰਸੀਆ, ਰਵੈ ਸਾਚ ਪਿਆਰੀਆ। ਇਸ ਤਰ੍ਹਾਂ ਵਾਹਿਗੁਰੂ ਦੇ, ਰੱਬ ਦੇ ਨਾਮ ਦੇ ਰਸ ਨਾਲ ਭਰਪੂਰ ਗੁਣ ਗਾ ਕੇ ਜੀਵਨ ਜਿਹੜਾ ਰਸੀਆ ਬਣ ਜਾਂਦਾ, ਆਨੰਦਿਤ ਹੋ ਜਾਂਦਾ ਹੈ, ਔਰ ਰਵੈ ਮੇਲ ਲੈਂਦਾ ਹੈ ਸਾਚ ਪਿਆਰੀਆ, ਪਿਆਰੀ ਨੂੰ ਸੱਚ ਦੇ ਵਿੱਚ ਮੇਲ ਲੈਂਦਾ ਪਰਮਾਤਮਾ ਆਪਣੇ ਚਰਨਾਂ ਵਿੱਚ। ਗੁਰ ਸ਼ਬਦ ਦੀਆ ਦਾਨ ਕੀਆ, ਨਾਨਕਾ ਵਿਚਾਰੀਆ। ਇਹ ਵਿਚਾਰ ਕੀਤੀ ਗੁਰੂ ਸਾਹਿਬ ਕਹਿੰਦੇ, ਗੁਰੂ ਨੇ ਸ਼ਬਦ ਦੇ ਕੇ ਦਾਨ ਕੀਤਾ ਹੈ ਉਹਨੂੰ, ਤੇ ਸ਼ਬਦ ਦੇ ਯਾਨੀ ਕਿ ਸਹਾਰੇ ਦੇ ਨਾਲ ਦੂਜੀ ਅਵਸਥਾ ਵਿੱਚ ਪ੍ਰਵਾਨ ਹੋ ਗਈ ਹੈ। ਸ੍ਰੀ ਧਰ ਮੋਹਿੜੀ ਪਿਰ ਸੰਗ ਸੂਤੀ ਰਾਮ। ਹੁਣ ਸ੍ਰੀ ਧਰ ਪਰਮਾਤਮਾ ਜਿਹੜਾ ਧਰਤੀ ਦਾ ਆਸਰਾ ਹੈ, ਮੋਹਿੜੀ, ਉਹਨੂੰ ਵੇਖ ਕੇ ਇਹ ਮੋਹੀ ਗਈ ਹੈ, ਉਹਦੇ ਵੱਲ ਦਰਸ਼ਨ ਕਰਕੇ ਤੀਜੀ ਅਵਸਥਾ ਸ਼ੁਰੂ ਹੋ ਗਈ ਹੈ, ਔਰ ਪਰਮਾਤਮਾ ਦੇ ਨਾਲ ਉਹਦਾ ਮਨ ਖਲੋ ਗਿਆ, ਰੁਕ ਗਿਆ। ਸੂਤੀ ਦਾ ਮਤਲਬ ਮਨ ਟਿਕ ਜਾਣਾ, ਉਹਦੇ ਉੱਤੇ ਟਿਕੀ ਲਾ ਲਈ ਉਹਦੇ ਦਰਸ਼ਨ ਤੇ। ਗੁਰ ਕੈ ਭਾਏ ਚੱਲੋ ਸਾਧ ਸੰਗੂਤੀ ਰਾਮ। ਇਸ ਤਰ੍ਹਾਂ ਜੇ ਉਹ ਕਹਿੰਦੀ ਹੈ ਕਿ ਗੁਰੂ ਦੇ ਭਾਏ ਚਲੋ, ਇੱਥੇ ਗੁਰੂ ਦੇ ਭਾਵਨਾ ਵਿੱਚ ਚੱਲਣਾ ਪੈਂਦਾ, ਗੁਰੂ ਦੇ ਹੁਕਮ ਦੇ ਵਿੱਚ ਰਹਿਣਾ ਪੈਂਦਾ। ਇੱਥੇ ਤੀਜੀ ਅਵਸਥਾ ਦੇ ਸ਼ੁਰੂ ਦੇ ਵਿੱਚ ਜਿਵੇਂ 4 ਲਾਵਾਂ ਨੇ, ਇਸ ਤਰ੍ਹਾਂ ਹੀ ਇਹ ਅਵਸਥਾਵਾਂ ਨੇ। ਕਹਿੰਦੇ ਨੇ ਸੱਚ, ਜਿਹੜੇ ਸੱਚ ਨਾਲ ਭਰਪੂਰ ਨੇ ਗੁਰਮੁਖ ਸੰਗੂਤੀ ਰਾਮ, ਉਹਨਾਂ ਦੀ ਸੰਗਤ ਕਰਨੀ ਜ਼ਰੂਰੀ ਹੈ। ਇੱਥੇ ਤਨ ਸਾਚ ਸੰਗੂਤੀ ਹਰ ਸੰਗ ਸੂਤੀ, ਸੰਗ ਸਖੀ ਸਹੇਲੀਆ। ਉਹ ਇਸਤਰੀ ਜਿਹੜੀ ਇਹ ਸਤ ਸੰਗਤ ਕਰਦੀ ਹੈ, ਤੇ ਪਿਰ ਸੰਗ ਸੂਤੀ, ਹਰ ਸੰਗ ਸੂਤੀ, ਵਾਹਿਗੁਰੂ ਦੇ ਨਾਲ ਇੱਕਮਿਕ ਹੋਈ ਪਈ ਹੈ। ਸੰਗ ਸਖੀ ਸਹੇਲੀਆ,
ਤੇ ਨਾਲ ਗੁਰਸਿੱਖਾਂ ਦੀ, ਗੁਰੂ ਕੇ ਪਿਆਰਿਆਂ ਦੀ ਸੰਗਤ ਵੀ ਕਰਦੀ, ਸਖੀ ਸਹੇਲੀਆਂ ਦੀ। ਇੱਕ ਭਾਏ ਇੱਕ ਮਨ ਨਾਮ ਵਸਿਆ, ਸਤਿਗੁਰੂ ਹਮ ਮੇਲਿਆ। ਇਸ ਅਵਸਥਾ ਵਿੱਚ ਜਾ ਕੇ ਇੱਕ ਭਾਵਨਾ ਬਣ ਜਾਂਦੀ, ਦੂਜੀ ਭਾਵਨਾ ਖਤਮ ਹੋ ਜਾਂਦੀ ਪਿੱਛੇ ਸੰਸਾਰ ਵਾਲੀ। ਇੱਕ ਮਨ ਇੱਕੋ ਹੀ ਹੋ ਜਾਂਦਾ, ਮਨ ਅੱਗੇ ਪਿੱਛੇ ਨਹੀਂ ਜਾਂਦਾ। ਨਾਮ ਵਸਿਆ, ਅੰਦਰ ਨਾਮ ਵਸ ਜਾਂਦਾ ਹੈ। ਔਰ ਉਹ ਕਹਿੰਦੀ ਵੀ ਸਤਿਗੁਰੂ ਹਮ ਮੇਲਿਆ, ਗੁਰੂ ਪੂਰੇ ਨੇ ਕਿਰਪਾ ਕਰਕੇ ਸਾਨੂੰ ਮਿਲਾ ਦਿੱਤਾ ਹੈ ਪਰਮੇਸ਼ਰ ਦੇ ਚਰਨਾਂ ਨਾਲ। ਨਰੈਣ ਘੜੀ ਨ ਜਸਾ ਵਿਸਰੈ, ਸਾਸ ਸਾਸ ਨਿਰੰਜਨੋ। ਹੁਣ ਇਸ ਤਰ੍ਹਾਂ ਦੀ ਅਵਸਥਾ ਬਣ ਗਈ ਉਹਦੇ ਅੰਦਰ ਵੀ ਦਿਨ ਰਾਤ ਤੇ ਇੱਕ ਘੜੀ